ਮੈਂ ਕਿਤੇ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੀ। ਹੁਣ ਮੈਂ ਕਿੱਥੇ ਜਾਵਾਂਗੀ, ਮੇਰਾ ਕੋਈ ਸਹਾਰਾ ਨਹੀਂ। ਇਸ ਨੇ ਤਾਂ ਮੈਨੂੰ ਬਰਬਾਦ ਕਰ ਦਿੱਤਾ। ਕਿਰਾਏ ਦੇ ਪੈਸੇ ਲੈਣ ਆਇਆ ਸੀ ਤੇ ਮੈਨੂੰ ਹੀ ਲੁੱਟ ਲਿਆ। ਮੈਂ ਰੋ ਰੋ ਕੇ ਅਜਿਹਾ ਹੰਗਾਮਾ ਮਚਾਇਆ ਕਿ ਹਰ ਕੋਈ ਮੇਰੀ ਹਾਲਤ ਦੇਖ ਕੇ ਆਪਣੇ ਹੰਝੂ ਰੋਕ ਨਹੀਂ ਸਕਿਆ। ਮੈਨੂੰ ਬਚਪਨ ਤੋਂ ਹੀ ਡਰਾਮਾ ਕਰਨ ਦਾ ਬਹੁਤ ਸ਼ੌਂਕ ਸੀ ਤੇ ਅੱਜ ਮੈਂ ਅਜਿਹਾ ਡਰਾਮਾ ਕੀਤਾ ਸੀ ਕਿ ਹਰ ਕੋਈ ਮੇਰੇ ਝੂਠੇ ਡਰਾਮੇ ਵਿੱਚ ਫਸ ਗਿਆ ਸੀ। ਪੂਰਾ ਮਹੱਲਾ ਸਾਡੇ ਘਰ ਦੇ ਬਾਹਰ ਇਕੱਠਾ ਹੋ ਗਿਆ। ਸਾਰਿਆਂ ਦੀ ਹਮਦਰਦੀ ਮੇਰੇ ਨਾਲ ਸੀ। ਹਰ ਕੋਈ ਮੇਰੇ ਮਕਾਨ ਮਾਲਕ ਨੂੰ ਬਦਦੁਆਵਾਂ ਦੇ ਰਿਹਾ ਸੀ ਤੇ ਮੇਰਾ ਮਕਾਨ ਮਾਲਕ ਹਰ ਕਿਸੇ ਨੂੰ ਆਪਣੀ ਬੇਗੁਨਾਹੀ ਦੱਸ ਰਿਹਾ ਸੀ। ਪਰ ਉੱਥੇ ਮੌਜੂਦ ਲੋਕਾਂ ਵਿੱਚੋਂ ਕਿਸੇ ਨੂੰ ਵੀ ਉਸ ਦੀ ਗੱਲ ਉੱਤੇ ਭਰੋਸਾ ਨਹੀਂ ਸੀ। ਮੈਂ ਇੱਕ ਜਵਾਨ ਕੁੜੀ ਸੀ ਤੇ ਮੇਰੀ ਹਾਲਤ ਬਹੁਤ ਖਰਾਬ ਸੀ, ਇਸ ਲਈ ਹਰ ਕਿਸੇ ਦੀ ਹਮਦਰਦੀ ਵੀ ਮੇਰੇ ਨਾਲ ਹੀ ਸੀ। ਮੈਂ ਰੋਂਦੇ ਰੋਂਦੇ ਤਿਰਛੀਆਂ ਨਜ਼ਰਾਂ ਦੇ ਨਾਲ ਆਪਣੇ ਮਕਾਨ ਮਾਲਕ ਨੂੰ ਦੇਖ ਰਹੀ ਸੀ, ਜੋ ਆਪਣੇ ਆਪ ਨੂੰ ਉਸ ਭੀੜ ਦੇ ਗੁੱਸੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁਝ ਦੇਰ ਪਹਿਲਾਂ ਹੀ ਉਹ ਕਿਰਾਇਆ ਮੰਗਣ ਮੇਰੇ ਘਰ ਆਇਆ। ਮੈਂ ਅਜਿਹਾ ਡਰਾਮਾ ਕੀਤਾ ਕਿ ਉਸ ਦੇ ਕੋਲ ਆਪਣੀ ਇੱਜ਼ਤ ਬਚਾਉਣ ਦਾ ਕੋਈ ਰਸਤਾ ਨਹੀਂ ਬਚਿਆ ਸੀ। ਮੇਰਾ ਮਕਾਨ ਮਾਲਕ ਇੱਕ ਬਹੁਤ ਹੀ ਸ਼ਰੀਫ ਆਦਮੀ ਸੀ, ਬਸ ਥੋੜ੍ਹਾ ਜਿਹਾ ਗੁੱਸੇ ਦਾ ਤੇਜ਼ ਸੀ, ਪਰ ਉਸਨੇ ਕਦੇ ਵੀ ਮੇਰੇ ਉੱਤੇ ਗਲਤ ਨਜ਼ਰ ਨਹੀਂ ਪਾਈ ਸੀ। ਅੱਜ ਵੀ ਉਹ ਕਿਰਾਇਆ ਮੰਗਣ ਆਇਆ ਸੀ ਤੇ ਮੇਰੇ ਉੱਪਰ ਬਹੁਤ ਜ਼ਿਆਦਾ ਗੁੱਸਾ ਕਰਨ ਲੱਗਾ, ਕਿਉਂਕਿ ਸਾਡਾ ਪਿਛਲੇ ਕਈ ਮਹੀਨਿਆਂ ਤੋਂ ਕਿਰਾਇਆ ਬਾਕੀ ਸੀ ਤੇ ਅਸੀਂ ਦਿੱਤਾ ਵੀ ਨਹੀਂ ਸੀ। ਅੱਜ ਵੀ ਸਾਡੇ ਕੋਲ ਉਸ ਨੂੰ ਦੇਣ ਲਈ ਪੈਸੇ ਨਹੀਂ ਸੀ। ਇਸ ਲਈ ਮੈਂ ਬਹੁਤ ਸੋਚ ਸਮਝ ਕੇ ਕਿਰਾਏ ਤੋਂ ਬਚਣ ਦੇ ਲਈ ਇਹ ਖੇਲ ਖੇਡਿਆ ਸੀ ਤੇ ਝੂਠ ਬੋਲ ਕੇ ਉਸ ਨੂੰ ਆਪਣੇ ਘਰ ਦੇ ਅੰਦਰ ਲੈ ਆਈ ਸੀ ਕਿ ਅੱਜ ਮੈਂ ਉਸ ਨੂੰ ਅੱਧਾ ਕਿਰਾਇਆ ਦੇ ਦੇਵਾਂਗੀ। ਪਹਿਲਾਂ ਤਾਂ ਉਹ ਮੈਨੂੰ ਮਨਾ ਕਰਨ ਲੱਗਾ, ਪਰ ਮੈਂ ਉਸ ਨੂੰ ਜ਼ਬਰਦਸਤੀ ਅੰਦਰ ਬੁਲਾ ਲਿਆ। ਮੈਂ ਉਸ ਨੂੰ ਕਿਹਾ ਕਿ ਗਰਮੀ ਬਹੁਤ ਆ, ਤੁਸੀਂ ਇੰਨੀ ਦੂਰ ਤੋਂ ਚੱਲ ਕੇ ਆਏ ਹੋ, ਅੰਦਰ ਆ ਜਾਓ, ਮੈਂ ਤੁਹਾਨੂੰ ਠੰਡਾ ਸ਼ਰਬਤ ਪਿਲਾ ਦੇਵਾਂਗੀ। ਉਸ ਨੂੰ ਪਤਾ ਨਹੀਂ ਸੀ ਕਿ ਮੇਰੀ ਮਾਂ ਘਰ ਵਿੱਚ ਨਹੀਂ ਤੇ ਇਸ ਵਕਤ ਮੈਂ ਘਰ ਵਿੱਚ ਇਕੱਲੀ ਹਾਂ। ਉਹ ਘਰ ਦੇ ਅੰਦਰ ਆ ਗਿਆ ਤੇ ਮੈਂ ਮੌਕਾ ਦੇਖ ਕੇ ਬੈੱਡ ਉੱਤੇ ਵਿਛੀ ਚਾਦਰ ਨੂੰ ਖਿੱਚ ਕੇ ਨੀਚੇ ਸੁੱਟ ਦਿੱਤਾ, ਆਪਣੇ ਵਾਲਾਂ ਨੂੰ ਖਿਲਾਰ ਲਿਆ ਤੇ ਫਿਰ ਬਹੁਤ ਤੇਜ਼ੀ ਨਾਲ ਆਪਣੇ ਕੱਪੜਿਆਂ ਨੂੰ ਪਾੜ ਦਿੱਤਾ। ਮੈਂ ਖੁਦ ਹੀ ਆਪਣੇ ਹੱਥਾਂ ਨਾਲ ਆਪਣੇ ਮੋਢਿਆਂ ਨੂੰ ਇੰਨੀ ਜ਼ੋਰ ਦੀ ਦਬਾਇਆ ਕਿ ਉਂਗਲਾਂ ਦੇ ਨਿਸ਼ਾਨ ਪੈ ਗਏ। ਮੈਂ ਇਹ ਸਭ ਇੰਨੀ ਚਲਾਕੀ ਨਾਲ ਤੇ ਇੰਨੀ ਜਲਦੀ ਕੀਤਾ ਸੀ ਕਿ ਮੇਰੇ ਸਾਹਮਣੇ ਖੜਾ ਮੇਰਾ 30 ਸਾਲਾਂ ਦਾ ਮਕਾਨ ਮਾਲਕ ਹੱਕਾ ਬੱਕਾ ਰਹਿ ਗਿਆ ਸੀ। ਉਸ ਦੇ ਤਾਂ ਦਿਮਾਗ ਵਿੱਚ ਵੀ ਅਜਿਹਾ ਕੁਝ ਨਹੀਂ ਹੋਵੇਗਾ ਕਿ ਮੈਂ ਇੰਨੀ ਘਟੀਆ ਹਰਕਤ ਕਰਾਂਗੀ। ਮੈਂ ਉਸ ਨੂੰ ਪੈਸੇ ਦੇਣ ਦੀ ਬਜਾਏ ਆਪਣੇ ਘਰ ਨੂੰ ਖਿਲਾਰ ਦਿੱਤਾ ਤੇ ਆਪਣੀ ਹਾਲਤ ਖਰਾਬ ਕਰ ਲਈ, ਕਿਉਂਕਿ ਮੈਨੂੰ ਲੱਗਿਆ ਸੀ ਕਿ ਇਸ ਤਰ੍ਹਾਂ ਸਾਡੀ ਇਸ ਤੋਂ ਜਾਨ ਛੁੱਟ ਜਾਵੇਗੀ ਤੇ ਉਹ ਡਰ ਦੀ ਵਜ੍ਹਾ ਨਾਲ ਦੁਬਾਰਾ ਸਾਡੇ ਤੋਂ ਪੈਸੇ ਮੰਗਣ ਨਹੀਂ ਆਵੇਗਾ। ਇਸ ਤਰੀਕੇ ਨਾਲ ਸਾਡਾ ਸਾਰਾ ਕਿਰਾਇਆ ਮਾਫ਼ ਹੋ ਜਾਵੇਗਾ। ਮੇਰੀ ਇਸ ਹਰਕਤ ਨਾਲ ਉਹ ਇੰਨਾ ਜ਼ਿਆਦਾ ਡਰ ਗਿਆ ਸੀ ਤੇ ਹੈਰਾਨੀ ਨਾਲ ਮੈਨੂੰ ਪੁੱਛ ਰਿਹਾ ਸੀ ਕਿ ਇਹ ਤੂੰ ਕੀ ਕਰ ਰਹੀ ਆ। ਇਸ ਤੋਂ ਪਹਿਲਾਂ ਉਹ ਮੇਰੀ ਇਸ ਹਰਕਤ ਨੂੰ, ਮੇਰੀ ਸੋਚ ਨੂੰ ਸਮਝ ਪਾਉਂਦਾ, ਮੈਂ ਅਜਿਹਾ ਹੰਗਾਮਾ ਮਚਾਇਆ ਕਿ ਉਸ ਨੂੰ ਕੁਝ ਸਮਝਣ ਤੇ ਭੱਜਣ ਦਾ ਮੌਕਾ ਹੀ ਨਾ ਮਿਲਿਆ। ਇਹ ਇੱਕ ਛੋਟਾ ਜਿਹਾ ਮੁਹੱਲਾ ਸੀ ਤੇ ਇੱਥੇ ਸਭ ਦੇ ਘਰ ਇੱਕ ਦੂਜੇ ਨਾਲ ਜੁੜੇ ਹੋਏ ਸੀ। ਮੇਰੀ ਹਲਕੀ ਜਿਹੀ ਚੀਕ ਉੱਤੇ ਹੀ ਆਸ-ਪਾਸ ਦੇ ਆਂਢ ਗੁਆਂਢ ਦੇ ਸਾਰੇ ਲੋਕ ਘਰ ਦੇ ਬਾਹਰ ਇਕੱਠੇ ਹੋ ਗਏ। ਉਹ ਮਕਾਨ ਮਾਲਕ ਉੱਤੇ ਗੁੱਸੇ ਵਿੱਚ ਮੈਨੂੰ ਘੂਰ ਰਿਹਾ ਸੀ। ਉਸ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ। ਉਸਨੇ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਮੈਂ ਕੋਈ ਐਸੀ ਵੈਸੀ ਹਰਕਤ ਕਰਾਂਗੀ। ਤੇ ਹੁਣ ਜਦੋਂ ਉਹ ਸਮਝ ਚੁੱਕਿਆ ਸੀ ਕਿ ਮੈਂ ਉਸ ਦੇ ਨਾਲ ਕੀ ਕੀਤਾ ਹੈ ਤਾਂ ਉਹ ਮੈਨੂੰ ਧਮਕਾਉਣ ਲੱਗਿਆ ਕਿ ਜੇ ਤੂੰ ਸ਼ੋਰ ਬੰਦ ਨਾ ਕੀਤਾ ਤਾਂ ਮੈਂ ਤੈਨੂੰ ਇਸ ਘਰ ਤੋਂ ਹਮੇਸ਼ਾ ਲਈ ਧੱਕੇ ਮਾਰ ਕੇ ਕੱਢ ਦੇਵਾਂਗਾ। ਪਰ ਮੈਂ ਵੀ ਸੋਚ ਲਿਆ ਸੀ ਕਿ ਮੈਂ ਉਸ ਦੀ ਕਿਸੇ ਵੀ ਗੱਲ ਤੋਂ ਨਹੀਂ ਡਰਾਂਗੀ। ਮੈਂ ਉਸ ਦੀਆਂ ਧਮਕੀਆਂ ਦੀ ਪਰਵਾਹ ਕੀਤੇ ਬਗੈਰ ਹੀ ਘਰ ਦਾ ਦਰਵਾਜ਼ਾ ਖੋਲ੍ਹਿਆ ਤੇ ਚੀਖਦੀ ਚਲਾਉਂਦੀ ਹੋਈ ਬਾਹਰ ਨਿਕਲ ਗਈ। ਮੇਰੇ ਬਿਖਰੇ ਵਾਲ ਤੇ ਫਟੇ ਹੋਏ ਕੱਪੜੇ, ਗਰਦਨ ਅਤੇ ਮੋਢਿਆਂ ਉੱਤੇ ਮੌਜੂਦ ਉਂਗਲਾਂ ਦੇ ਨਿਸ਼ਾਨ ਦੇਖ ਕੇ ਸਾਰੇ ਲੋਕਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਬਾਹਰ ਇਕੱਠੇ ਹੋਏ ਲੋਕ ਮੈਨੂੰ ਇਸ ਹਾਲਤ ਵਿੱਚ ਦੇਖ ਕੇ ਆਪਸ ਵਿੱਚ ਕੰਨਾਂ ਵਿੱਚ ਗੱਲਾਂ ਕਰਨ ਲੱਗੇ। ਮੈਂ ਰੋ ਰੋ ਕੇ ਇਸ ਕਦਰ ਹੰਗਾਮਾ ਖੜਾ ਕੀਤਾ ਕਿ ਉੱਥੇ ਮੌਜੂਦ ਔਰਤਾਂ ਮੈਨੂੰ ਸਹਾਰਾ ਦੇ ਰਹੀਆਂ ਸੀ, ਮੇਰੇ ਉੱਤੇ ਤਰਸ ਖਾ ਰਹੀਆਂ ਸੀ, ਇਸ ਮਕਾਨ ਮਾਲਕ ਨੂੰ ਕੋਸ ਰਹੀਆਂ ਸੀ। ਜਿਸ ਦੇ ਮੂੰਹ ਵਿੱਚ ਜੋ ਗੱਲ ਆ ਰਹੀ ਸੀ ਉਹ ਬੋਲੀ ਜਾ ਰਹੀ ਸੀ। ਹਰ ਕੋਈ ਮਕਾਨ ਮਾਲਕ ਨੂੰ ਇਹ ਕਹਿ ਕੇ ਕੋਸ ਰਿਹਾ ਸੀ ਕਿ ਦੇਖਣ ਵਿੱਚ ਤਾਂ ਕਿੰਨਾ ਸਿੱਧਾ ਸਾਦਾ ਤੇ ਸ਼ਰੀਫ ਨਜ਼ਰ ਆਉਂਦਾ, ਪਰ ਕਰਤੂਤਾਂ ਦੇਖੋ। ਜਵਾਨ ਕੁੜੀ ਨੂੰ ਇਕੱਲੀ ਘਰ ਵਿੱਚ ਕੀ ਦੇਖਿਆ, ਆਪਣੀ ਔਕਾਤ ਦਿਖਾ ਬੈਠਾ। ਮੰਨਿਆ ਕਿ ਇਹ ਲੋਕ ਗਰੀਬ ਨੇ, ਕਿਰਾਇਆ ਨਹੀਂ ਦੇ ਸਕਦੀਆਂ,
ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਵੀ ਦਰਿੰਦਾ ਸਾਡੀਆਂ ਬੇਟੀਆਂ ਦੀ ਇੱਜ਼ਤ ਲੁੱਟ ਲਵੇਗਾ। ਇਹ ਕੁੜੀ ਸਿਰਫ ਆਪਣੀ ਮਾਂ ਦੀ ਨਹੀਂ ਬਲਕਿ ਸਾਡੇ ਮੁਹੱਲੇ ਦੀ ਵੀ ਬੱਚੀ ਹੈ। ਮਕਾਨ ਮਾਲਕ ਦੀ ਇਹ ਘਟੀਆ ਹਰਕਤ ਉੱਤੇ ਅਸੀਂ ਲੋਕ ਚੁੱਪ ਨਹੀਂ ਬੈਠਾਂਗੇ। ਪੂਰਾ ਮੁਹੱਲਾ ਹੀ ਮੇਰਾ ਹਮਦਰਦ ਬਣ ਕੇ ਖੜਾ ਸੀ। ਇਹ ਸਭ ਲੋਕ ਉਹੀ ਸੀ ਜਿਨ੍ਹਾਂ ਨੇ ਸਾਡੀ ਗਰੀਬੀ ਦਾ ਕਦੇ ਅਹਿਸਾਸ ਨਹੀਂ ਕੀਤਾ ਸੀ ਤੇ ਨਾ ਹੀ ਸਾਡੇ ਘਰੇ ਕਦੇ ਆਉਂਦੇ ਜਾਂਦੇ ਸਨ। ਇਸ ਤੋਂ ਪਹਿਲਾਂ ਸਾਨੂੰ ਕੋਈ ਪੁੱਛਦਾ ਵੀ ਨਹੀਂ ਸੀ, ਪਰ ਹੁਣ ਇਸ ਤਮਾਸ਼ੇ ਵਿੱਚ ਸਭ ਬਰਾਬਰ ਦਾ ਹਿੱਸਾ ਲੈ ਰਹੇ ਸੀ। ਕੁਝ ਅੱਗ ਵਿੱਚ ਘਿਓ ਪਾਉਣ ਦਾ ਕੰਮ ਕਰ ਰਹੇ ਸੀ ਤੇ ਮਕਾਨ ਮਾਲਕ ਉੱਤੇ ਵੱਧ ਚੜ੍ਹ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਹੰਗਾਮੇ ਦੇ ਵਿੱਚ ਮੇਰੀ ਮਾਂ ਵੀ ਬਾਜ਼ਾਰ ਤੋਂ ਵਾਪਸ ਆ ਗਈ ਤੇ ਉਹ ਇਸ ਸਭ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਈ ਤੇ ਜ਼ੋਰ ਨਾਲ ਰੋਣ ਲੱਗੀ। ਮੰਮੀ ਨੂੰ ਪਤਾ ਨਹੀਂ ਸੀ ਕਿ ਇਹ ਮੈਂ ਡਰਾਮਾ ਕੀਤਾ। ਮੰਮੀ ਦੀਆਂ ਦੂਜਿਆਂ ਦੀ ਤਰ੍ਹਾਂ ਮਕਾਨ ਮਾਲਕ ਨੂੰ ਹੀ ਗਲਤ ਸਮਝ ਰਹੀ ਸੀ ਤੇ ਮੁਹੱਲੇ ਵਾਲਿਆਂ ਨੇ ਜਦੋਂ ਮੇਰੀ ਮੰਮੀ ਦੀ ਅਜਿਹੀ ਹਾਲਤ ਦੇਖੀ ਤਾਂ ਮਾਲਕ ਨੂੰ ਗੁੱਸੇ ਵਿੱਚ ਕਹਿਣ ਲੱਗੇ ਕਿ ਤੂੰ ਇਸ ਕੁੜੀ ਦੀ ਇੱਜ਼ਤ ਉੱਤੇ ਹੱਥ ਪਾਇਆ, ਹੁਣ ਇਸ ਨੂੰ ਕੌਣ ਅਪਣਾਏਗਾ? ਇਹ ਤਾਂ ਸਾਰੀ ਜ਼ਿੰਦਗੀ ਆਪਣੀ ਮਾਂ ਉੱਤੇ ਬੋਝ ਬਣ ਜਾਵੇਗੀ। ਤੈਨੂੰ ਤੇਰੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਆ। ਇਸ ਲਈ ਹੁਣ ਤੂੰ ਇਸ ਕੁੜੀ ਨਾਲ ਵਿਆਹ ਕਰੇਂਗਾ ਤੇ ਇਹ ਘਰ ਵੀ ਇਸ ਦੇ ਨਾਮ ਕਰੇਂਗਾ, ਨਹੀਂ ਤਾਂ ਅਸੀਂ ਤੇਰੇ ਇਸ ਮੁਹੱਲੇ ਵਿੱਚ ਕਦਮ ਰੱਖਣਾ ਵੀ ਮੁਸ਼ਕਲ ਕਰ ਦੇਵਾਂਗੇ ਤੇ ਪੁਲਿਸ ਥਾਣੇ ਵਿੱਚ ਵੀ ਤੇਰੀ ਰਿਪੋਰਟ ਲਿਖਵਾ ਦੇਵਾਂਗੇ। ਮਕਾਨ ਮਾਲਕ ਨੇ ਸਭ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਤਾਂ ਇੱਕ ਸ਼ਰੀਫ ਸ਼ਾਦੀशुदा ਆਦਮੀ ਆ, ਪਰ ਉਸ ਦੀ ਗੱਲ ਉੱਤੇ ਕਿਸੇ ਨੇ ਭਰੋਸਾ ਨਹੀਂ ਕੀਤਾ ਤੇ ਇਸ ਕਦਰ ਉਸ ਉੱਤੇ ਦਬਾਅ ਪਾਇਆ ਕਿ ਉਹ ਰਾਜ਼ੀ ਹੋ ਗਿਆ। ਪਰ ਇਸ ਸਾਰੇ ਡਰਾਮੇ ਵਿੱਚ ਮੈਂ ਇਸ ਵਿਆਹ ਦੇ ਬਾਰੇ ਨਹੀਂ ਸੋਚਿਆ ਸੀ। ਮੈਂ ਤਾਂ ਸਿਰਫ ਇਹੀ ਸੋਚਿਆ ਸੀ ਕਿ ਮੈਂ ਉਸ ਨੂੰ ਬਦਨਾਮ ਕਰਕੇ ਇਸ ਮੁਹੱਲੇ ਵਿੱਚੋਂ ਕਢਵਾ ਦੇਵਾਂਗੀ। ਫਿਰ ਉਹ ਖੁਦ ਹੀ ਡਰ ਦੀ ਵਜ੍ਹਾ ਨਾਲ ਕਦੇ ਇਸ ਘਰ ਵਿੱਚ ਕਦਮ ਨਹੀਂ ਰੱਖੇਗਾ। ਪਰ ਮੁਹੱਲੇ ਵਾਲਿਆਂ ਨੇ ਤਾਂ ਸਾਡੇ ਵਿਆਹ ਦਾ ਸ਼ੋਰ ਖੜਾ ਕਰ ਦਿੱਤਾ ਸੀ, ਜਦ ਕਿ ਮੈਨੂੰ ਚੰਗੇ ਤਰੀਕੇ ਨਾਲ ਪਤਾ ਸੀ ਕਿ ਉਹ ਮਕਾਨ ਮਾਲਕ ਇੱਕ ਸ਼ਾਦੀशुदा ਆਦਮੀ ਆ। ਫਿਰ ਮੈਂ ਕਿਵੇਂ ਉਸ ਨਾਲ ਵਿਆਹ ਕਰ ਸਕਦੀ ਹਾਂ ਤੇ ਵਿਆਹ ਤੋਂ ਬਾਅਦ ਤਾਂ ਨਾ ਜਾਣੇ ਉਹ ਮੇਰੇ ਨਾਲ ਕੀ ਸਲੂਕ ਕਰਦਾ। ਇਸ ਲਈ ਮੈਂ ਇਸ ਵਿਆਹ ਲਈ ਮਨਾ ਕਰਨਾ ਚਾਹਿਆ, ਪਰ ਉਹ ਜਿੰਨੀਆਂ ਵੀ ਔਰਤਾਂ ਖੜੀਆਂ ਸੀ ਸਭ ਮਿਲ ਕੇ ਮੈਨੂੰ ਸਮਝਾਉਣ ਲੱਗੀਆਂ, ਕਹਿਣ ਲੱਗੀਆਂ ਤੈਨੂੰ ਕੋਈ ਨਹੀਂ ਅਪਣਾਏਗਾ, ਤੇਰਾ ਆਉਣ ਵਾਲਾ ਕੱਲ੍ਹ ਬਰਬਾਦ ਹੋ ਜਾਵੇਗਾ। ਹੁਣ ਤੂੰ ਕਿਸੇ ਨੂੰ ਮੂੰਹ ਨਹੀਂ ਦਿਖਾਵੇਂਗੀ, ਲੋਕ ਤੈਨੂੰ ਤਾਨੇ ਦੇਣਗੇ। ਇਸ ਲਈ ਬਿਹਤਰ ਆ ਕਿ ਤੂੰ ਇਸ ਨਾਲ ਵਿਆਹ ਕਰ ਲਾ। ਮੇਰਾ ਖੇਲ ਮੇਰੇ ਉੱਤੇ ਹੀ ਭਾਰੀ ਪੈ ਗਿਆ। ਮੇਰੀ ਮੰਮੀ ਵੀ ਮੈਨੂੰ ਸਮਝਾਉਣ ਲੱਗੀ, ਜੋ ਕੁਝ ਵੀ ਹੋ ਚੁੱਕਿਆ ਉਸ ਨੂੰ ਭੁੱਲ ਜਾ। ਮਕਾਨ ਮਾਲਕ ਇੱਕ ਚੰਗਾ ਆਦਮੀ ਆ। ਉਸ ਸਮੇਂ ਸ਼ਾਇਦ ਸ਼ੈਤਾਨ ਦੇ ਬਹਿਕਾਵੇ ਵਿੱਚ ਆ ਗਿਆ ਹੋਵੇਗਾ। ਤੂੰ ਇਸ ਨਾਲ ਇਸ ਵਕਤ ਵਿਆਹ ਕਰ ਲਾ, ਤੇਰੀ ਜ਼ਿੰਦਗੀ ਸਵਰ ਜਾਵੇਗੀ। ਵੈਸੇ ਵੀ ਅਸੀਂ ਇੰਨੇ ਗਰੀਬ ਹਾਂ ਕਿ ਤੇਰੇ ਸਿਰ 'ਤੇ ਤੇਰੇ ਬਾਪ ਦਾ ਸਾਇਆ ਵੀ ਨਹੀਂ, ਭਲਾ ਤੇਰੇ ਨਾਲ ਕੌਣ ਵਿਆਹ ਕਰਾਏਗਾ? ਤੇ ਫਿਰ ਸਾਰੇ ਲੋਕਾਂ ਨੇ ਮਿਲ ਕੇ ਮੈਨੂੰ ਇਸ ਵਿਆਹ ਦੇ ਲਈ ਮਜਬੂਰ ਕਰ ਦਿੱਤਾ। ਇੰਨੇ ਲੋਕਾਂ ਦੀ ਮੌਜੂਦਗੀ ਵਿੱਚ ਜ਼ਬਰਦਸਤੀ ਸਾਨੂੰ ਦੋਹਾਂ ਨੂੰ ਵਿਆਹ ਕਰਨਾ ਪਿਆ ਤੇ ਮਕਾਨ ਮਾਲਕ ਨੂੰ ਵੀ ਮਜਬੂਰਨ ਇਹ ਘਰ ਮੇਰੇ ਨਾਮ ਕਰਨਾ ਪਿਆ। ਜਿਸ ਘਰ ਦੇ ਕਿਰਾਏ ਲਈ ਉਹ ਹੰਗਾਮਾ ਖੜਾ ਕਰਦਾ ਸੀ ਤੇ ਆਪਣੀ ਇਸ ਜਿੱਤ ਦੇ ਲਈ ਮੈਂ ਦਿਲ ਹੀ ਦਿਲ ਬਹੁਤ ਖੁਸ਼ ਵੀ ਹੋ ਰਹੀ ਸੀ। ਮੈਂ ਸੋਚ ਰਹੀ ਸੀ ਕਿ ਮੇਰਾ ਪਲਾਨ ਕਾਮਯਾਬ ਹੋ ਗਿਆ ਤੇ ਹੁਣ ਤਾਂ ਇਹ ਘਰ ਵੀ ਮੇਰੇ ਨਾਮ ਹੋ ਗਿਆ। ਹੁਣ ਸਾਨੂੰ ਇਸ ਘਰ ਦਾ ਕਿਰਾਇਆ ਨਹੀਂ ਦੇਣਾ ਪਵੇਗਾ। ਪਰ ਦੂਜੇ ਤਰਫ ਇਸ ਵਿਆਹ ਨੇ ਵੀ ਮੈਨੂੰ ਪਰੇਸ਼ਾਨ ਕਰ ਰੱਖਿਆ ਸੀ। ਹੁਣ ਮੈਂ ਪਤਾ ਨਹੀਂ ਕਿਵੇਂ ਇਸ ਮਕਾਨ ਮਾਲਕ ਤੋਂ ਆਪਣੀ ਜਾਨ ਛੁਡਵਾਵਾਂਗੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਵਿਆਹ ਤੋਂ ਬਾਅਦ ਲੋਕਾਂ ਦੀ ਭੀੜ ਹੌਲੀ-ਹੌਲੀ ਘੱਟ ਹੋਣ ਲੱਗੀ ਤੇ ਕੁਝ ਹੀ ਦੇਰ ਵਿੱਚ ਉੱਥੇ ਮੈਂ ਤੇ ਮੇਰੀ ਮਾਂ ਤੇ ਮਕਾਨ ਮਾਲਕ ਹੀ ਰਹਿ ਗਏ। ਮੈਨੂੰ ਲੱਗਿਆ ਸੀ ਕਿ ਉਹ ਮਕਾਨ ਮਾਲਕ ਮੈਨੂੰ ਕੋਸੇਗਾ ਤੇ ਮੈਨੂੰ ਬੁਰਾ ਭਲਾ ਕਹੇਗਾ ਤੇ ਉੱਥੋਂ ਚਲਾ ਜਾਵੇਗਾ, ਪਰ ਸਭ ਕੁਝ ਉਲਟ ਹੋ ਰਿਹਾ ਸੀ। ਮਕਾਨ ਮਾਲਕ ਨੇ ਮੇਰੀ ਮਾਂ ਦੇ ਵੱਲ ਦੇਖਿਆ ਤੇ ਕਹਿਣ ਲੱਗਿਆ, ਹੁਣ ਤੁਹਾਡੀ ਬੇਟੀ ਮੇਰੀ ਪਤਨੀ ਆ, ਇਸ ਲਈ ਅੱਜ ਘਰ ਵਿੱਚ ਨਹੀਂ ਰਹੇਗੀ। ਮੈਂ ਇਸ ਨੂੰ ਆਪਣੇ ਘਰ ਲੈ ਕੇ ਜਾ ਰਿਹਾ। ਮਕਾਨ ਮਾਲਕ ਦੀ ਇਹ ਗੱਲ ਸੁਣ ਕੇ ਮੇਰੇ ਤਾਂ ਹੋਸ਼ ਉੱਡ ਗਏ। ਮੈਂ ਸੋਚਿਆ ਵੀ ਨਹੀਂ ਸੀ ਕਿ ਹੁਣ ਇਸ ਤੋਂ ਅੱਗੇ ਮੇਰੇ ਨਾਲ ਕੀ ਹੋਵੇਗਾ। ਮੈਨੂੰ ਇਸ ਗੱਲ ਦਾ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਹੁਣ ਮੈਨੂੰ ਆਪਣੇ ਨਾਲ ਲੈ ਜਾਣ ਤੇ ਗੱਲ ਕਰੇਗਾ, ਜਦ ਕਿ ਉਹ ਪਹਿਲਾਂ ਵੀ ਸ਼ਾਦੀशुदा ਸੀ। ਉਸ ਦੇ ਘਰ ਵਿੱਚ ਉਸ ਦੀ ਪਤਨੀ ਪਹਿਲਾਂ ਤੋਂ ਹੀ ਸੀ, ਪਰ ਉਸਨੇ ਮੇਰੀ ਕਲਾਈ ਨੂੰ ਜ਼ੋਰ ਨਾਲ ਫੜਿਆ ਤੇ ਮੇਰਾ 1000 ਵਾਰ ਮਨਾ ਕਰਨ ਦੇ ਬਾਅਦ ਵੀ ਮੇਰੀ ਮਾਂ ਨੂੰ ਕਿਹਾ ਕਿ ਅੱਜ ਤੋਂ ਤੁਹਾਡੀ ਬੇਟੀ ਤੁਹਾਡੇ ਘਰ ਤੋਂ ਵਿਦਾ ਹੋਈ। ਹੁਣ ਇਹ ਮੇਰੀ ਜ਼ਿੰਮੇਵਾਰੀ ਹੈ ਤੇ ਮੇਰੇ ਨਾਲ ਹੀ ਰਹੇਗੀ ਤੇ ਇਹ ਘਰ ਅੱਜ ਤੋਂ ਤੁਹਾਡਾ ਹੈ। ਤੁਸੀਂ ਇਸ ਵਿੱਚ ਸਕੂਨ ਨਾਲ ਰਹੋ। ਅੱਜ ਤੋਂ ਬਾਅਦ ਮੈਂ ਤੁਹਾਡੇ ਤੋਂ ਕਿਰਾਇਆ ਵੀ ਮੰਗਣ ਨਹੀਂ ਆਵਾਂਗਾ। ਉਹ ਆਦਮੀ ਮੈਨੂੰ ਗੁੱਸੇ ਵਿੱਚ ਖਿੱਚਦਾ ਹੋਇਆ ਆਪਣੀ ਗੱਡੀ ਵਿੱਚ ਬਿਠਾ ਕੇ ਆਪਣੇ ਘਰ ਲੈ ਆਇਆ। ਉਸ ਦੇ ਨਾਲ ਇਕੱਲੇ ਗੱਡੀ ਵਿੱਚ ਬੈਠਦੇ ਹੋਏ ਮੇਰੇ ਹੱਥ ਪੈਰ ਕੰਬਣ ਲੱਗੇ
ਕਿਉਂਕਿ ਹੁਣ ਨਾ ਹੀ ਮੇਰੀ ਮਾਂ ਸੀ ਮੇਰੇ ਨਾਲ ਤੇ ਨਾ ਹੀ ਮੁਹੱਲੇ ਵਾਲੇ। ਅੱਗੇ ਪਤਾ ਨਹੀਂ ਮੇਰੇ ਨਾਲ ਕੀ ਹੋਣਾ ਸੀ। ਹੁਣ ਜੋ ਕੁਝ ਵੀ ਸੀ ਇਹ ਆਦਮੀ ਮੇਰੇ ਨਾਲ ਕਰਦਾ ਉਹ ਮੇਰੇ ਇਕੱਲੇ ਹੀ ਝੱਲਣਾ ਪੈਣਾ ਸੀ। ਮੈਂ ਨਹੀਂ ਜਾਣਦੀ ਸੀ ਕਿ ਉਹ ਮੈਨੂੰ ਕਿੱਥੇ ਲੈ ਕੇ ਜਾ ਰਿਹਾ। ਮਕਾਨ ਮਾਲਕ ਦੀਆਂ ਅੱਖਾਂ ਵਿੱਚ ਗੁੱਸਾ ਤੇ ਨਫ਼ਰਤ ਦੇਖ ਕੇ ਮੇਰੀ ਤਾਂ ਜਾਨ ਨਿਕਲ ਰਹੀ ਸੀ। 1 ਘੰਟੇ ਦੇ ਸਫ਼ਰ ਤੋਂ ਬਾਅਦ ਗੱਡੀ ਇੱਕ ਛੋਟੇ ਜਿਹੇ ਮਕਾਨ ਦੇ ਅੱਗੇ ਰੁਕ ਗਈ। ਉਹ ਮੈਨੂੰ ਗੱਡੀ ਵਿੱਚੋਂ ਜ਼ਬਰਦਸਤੀ ਉਤਾਰ ਕੇ ਘਰ ਦੇ ਅੰਦਰ ਲੈ ਗਿਆ ਤੇ ਇੱਕ ਕਮਰੇ ਵਿੱਚ ਲਿਜਾ ਕੇ ਮੈਨੂੰ ਸੁੱਟ ਦਿੱਤਾ। ਮੈਨੂੰ ਐਵੇਂ ਲੱਗ ਰਿਹਾ ਸੀ ਜਿਵੇਂ ਕਿਆਮਤ ਆਉਣ ਵਾਲੀ ਹੋਵੇ। ਹੁਣ ਮੈਂ ਉਸ ਦੀ ਪਤਨੀ ਸੀ ਤੇ ਉਹ ਮੇਰੇ ਉੱਤੇ ਪੂਰਾ ਹੱਕ ਰੱਖਦਾ ਸੀ। ਉਹ ਮੇਰੇ ਨਾਲ ਕੁਝ ਵੀ ਕਰ ਸਕਦਾ ਸੀ। ਪਤਾ ਨਹੀਂ ਉਹ ਮੇਰੇ ਨਾਲ ਕਿਵੇਂ ਦਾ ਸਲੂਕ ਕਰਦਾ। ਇੱਥੇ ਤਾਂ ਕੋਈ ਮੈਨੂੰ ਬਚਾਉਣ ਵਾਲਾ ਵੀ ਨਹੀਂ ਸੀ। ਪਰ ਇਸ ਵਕਤ ਉਹ ਮੈਨੂੰ ਬਿਨਾਂ ਕੁਝ ਕਹੇ ਕਮਰੇ ਤੋਂ ਬਾਹਰ ਚਲਿਆ ਗਿਆ। ਮੈਂ ਬਹੁਤ ਚਲਾਕੀ ਨਾਲ ਜੋ ਤਮਾਸ਼ਾ ਖੜਾ ਕੀਤਾ ਸੀ ਉਹ ਖਤਮ ਹੋ ਚੁੱਕਿਆ ਸੀ ਤੇ ਹੁਣ ਮੈਨੂੰ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਅੱਗੇ ਮੇਰੇ ਨਾਲ ਕੀ ਹੋਣ ਵਾਲਾ ਹੈ। ਮੈਂ ਆਪਣੇ ਖੜੇ ਕੀਤੇ ਤਮਾਸ਼ੇ ਉੱਤੇ ਪਛਤਾ ਰਹੀ ਸੀ। ਇਹੀ ਸਭ ਗੱਲਾਂ ਸੋਚ ਕੇ ਮੈਂ ਰੋਣ ਲੱਗੀ। ਹਜੇ ਮੈਨੂੰ ਰੋਂਦੀ ਹੋਈ ਨੂੰ ਥੋੜੀ ਦੇਰ ਹੋਈ ਸੀ ਕਿ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਇੱਕ ਬਹੁਤ ਹੀ ਖੂਬਸੂਰਤ ਜਵਾਨ ਕੁੜੀ ਮੇਰੇ ਕਮਰੇ ਵਿੱਚ ਆ ਗਈ। ਉਹ ਇੰਨੀ ਖੂਬਸੂਰਤ ਤੇ ਗੋਰੀ ਸੀ। ਮੈਂ ਉਸ ਨੂੰ ਦੇਖਦਿਆਂ ਹੀ ਰਹਿ ਗਈ। ਮੈਂ ਪਹਿਲੀ ਨਜ਼ਰ ਵਿੱਚ ਹੀ ਉਸ ਨੂੰ ਪਹਿਚਾਣ ਗਈ ਸੀ ਕਿ ਉਹ ਮੇਰੇ ਮਕਾਨ ਮਾਲਕ ਦੀ ਪਹਿਲੀ ਪਤਨੀ ਹੈ। ਉਸ ਨੂੰ ਦੇਖਦੇ ਹੀ ਫੌਰਨ ਮੇਰੇ ਦਿਮਾਗ ਵਿੱਚ ਇਹ ਗੱਲ ਆਈ ਕਿ ਜਿਸ ਆਦਮੀ ਦੀ ਪਹਿਲੀ ਪਤਨੀ ਇੰਨੀ ਖੂਬਸੂਰਤ ਤੇ ਹਸੀਨ ਹੋਵੇ ਉਹ ਮੇਰੇ ਵਰਗੀ ਕੁੜੀ ਉੱਤੇ ਕਿਉਂ ਨਜ਼ਰ ਪਾਵੇਗਾ। ਜਿਵੇਂ ਜਿਵੇਂ ਉਹ ਕੁੜੀ ਮੇਰੇ ਕਰੀਬ ਆਉਣ ਲੱਗੀ ਮੇਰੇ ਹੋਸ਼ ਉੱਡਣ ਲੱਗੇ। ਮੈਨੂੰ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਉਹ ਮੇਰੇ ਨਾਲ ਕੀ ਸਲੂਕ ਕਰੇਗੀ, ਕਿਉਂਕਿ ਕੋਈ ਵੀ ਔਰਤ ਆਪਣੇ ਪਤੀ ਨੂੰ ਕਿਸੇ ਦੂਜੀ ਔਰਤ ਦੇ ਨਾਲ ਨਹੀਂ ਵੰਡ ਸਕਦਾ। ਤੇ ਜਿਸ ਤਰ੍ਹਾਂ ਅੱਜ ਸਾਡਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਤਾਂ ਮੈਨੂੰ ਉਸ ਕੁੜੀ ਤੋਂ ਕਿਸੇ ਦੀ ਚੰਗਿਆਈ ਦੀ ਉਮੀਦ ਨਹੀਂ ਸੀ। ਸ਼ਾਇਦ ਉਸ ਦੇ ਪਤੀ ਨੇ ਉਸ ਨੂੰ ਮੇਰੀ ਸੱਚਾਈ ਦੱਸ ਦਿੱਤੀ ਹੋਵੇ। ਸ਼ਾਇਦ ਉਹ ਜਾਣਦੀ ਹੋਵੇ ਕਿ ਮੈਂ ਕਿਸ ਤਰ੍ਹਾਂ ਉਸ ਦੇ ਪਤੀ ਉੱਤੇ ਝੂਠਾ ਇਲਜ਼ਾਮ ਲਗਾ ਕੇ ਉਸ ਨੂੰ ਫਸਾਇਆ ਤੇ ਪੂਰੇ ਮੁਹੱਲੇ ਦੇ ਸਾਹਮਣੇ ਉਸ ਨੂੰ ਬੇਇੱਜ਼ਤ ਕੀਤਾ। ਹੁਣ ਸ਼ਾਇਦ ਇਹ ਮੇਰੇ ਤੋਂ ਉਸ ਸਭ ਦਾ ਬਦਲਾ ਜ਼ਰੂਰ ਲਵੇਗੀ। ਜੇ ਸੱਚਮੁੱਚ ਉਸ ਨੂੰ ਇਹ ਸਭ ਕੁਝ ਪਤਾ ਹੋਵੇਗਾ ਤਾਂ ਪਤਾ ਨਹੀਂ ਉਹ ਮੇਰੇ ਨਾਲ ਕੀ ਕਰ ਬੈਠੇਗੀ। ਉਹ ਮੈਨੂੰ ਬਹੁਤ ਘੂਰ ਕੇ ਦੇਖ ਰਹੀ ਸੀ। ਐਵੇਂ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਵਿੱਚੋਂ ਕੁਝ ਤਲਾਸ਼ ਰਹੀ ਹੋਵੇ। ਖਾਮੋਸ਼ੀ ਨਾਲ ਮੈਨੂੰ ਦੇਖਦੀ ਰਹੀ ਤੇ ਫਿਰ ਮੁਸਕਰਾ ਕੇ ਮੇਰੇ ਚਿਹਰੇ ਉੱਤੇ ਲਟਕੇ ਹੋਏ ਵਾਲਾਂ ਨੂੰ ਬਹੁਤ ਹੀ ਪਿਆਰ ਨਾਲ ਕੰਨਾਂ ਦੇ ਪਿੱਛੇ ਕਰਦੇ ਹੋਏ ਕਹਿਣ ਲੱਗੀ, ਤੂੰ ਤਾਂ ਬਹੁਤ ਹੀ ਖੂਬਸੂਰਤ ਆਂ, ਪਰ ਤੂੰ ਕਿਸੇ ਦੀ ਦੁਲਹਨ ਆ। ਤੂੰ ਤਾਂ ਤਿਆਰ ਵੀ ਨਹੀਂ ਹੋਈ, ਤੂੰ ਤਾਂ ਵਿਆਹ ਵਾਲਾ ਲਹਿੰਗਾ ਵੀ ਨਹੀਂ ਪਾਇਆ। ਤੂੰ ਆਪਣੇ ਵਿਆਹ ਦੀ ਰਾਤ ਸਜਣਾ ਸਵਰਨਾ ਨਹੀਂ ਚਾਹੁੰਦੀ। ਉਸ ਦੀ ਗੱਲ ਸੁਣ ਕੇ ਮੈਂ ਘਬਰਾ ਕੇ ਉਸ ਨੂੰ ਦੇ ਚਿਹਰੇ ਵੱਲ ਦੇਖਿਆ। ਉਸ ਦੀ ਗੱਲ ਵਿੱਚ ਨਾ ਹੀ ਕੋਈ ਚੁਭਣ ਸੀ ਤੇ ਨਾ ਹੀ ਕੋਈ ਤਾਨਾ, ਬਲਕਿ ਉਸ ਦੇ ਚਿਹਰੇ ਉੱਤੇ ਹਲਕੀ ਮੁਸਕਰਾਹਟ ਸੀ। ਉਸ ਦੀ ਇਹ ਮੁਸਕਰਾਹਟ ਮੈਨੂੰ ਬਹੁਤ ਜ਼ਿਆਦਾ ਹੈਰਾਨ ਕਰ ਰਹੀ ਸੀ। ਉਸ ਦੀ ਨਜ਼ਰ ਮੇਰੀ ਖਾਲੀ ਹੱਥਾਂ ਉੱਤੇ ਪਈ ਤਾਂ ਉਸਨੇ ਝੱਟ ਨਾਲ ਆਪਣੇ ਹੱਥਾਂ ਵਿੱਚੋਂ ਆਪਣੇ ਕੰਗਣ ਉਤਾਰੇ ਤੇ ਮੇਰੇ ਹੱਥਾਂ 'ਚ ਪਾ ਦਿੱਤੇ। ਮੈਂ ਬਹੁਤ ਜ਼ਿਆਦਾ ਹੈਰਾਨੀ ਨਾਲ ਇਸ ਸਭ ਨਜ਼ਾਰੇ ਨੂੰ ਦੇਖ ਰਹੀ ਸੀ ਕਿ ਮੈਂ ਉਸ ਦੀ ਸੌਕਣ ਸੀ ਤੇ ਉਹ ਕਿਵੇਂ ਮੇਰੇ ਨਾਲ ਐਵੇਂ ਪਿਆਰ ਨਾਲ ਗੱਲ ਕਰ ਰਹੀ ਸੀ ਤੇ ਉਹ ਵੀ ਇਸ ਤਰ੍ਹਾਂ ਦੇ ਵਿਆਹ ਉੱਤੇ। ਪਰ ਉਹ ਤਾਂ ਬਹੁਤ ਹੀ ਪਿਆਰ ਨਾਲ ਗੱਲ ਕਰ ਰਹੀ ਸੀ। ਉਹ ਮੇਰੇ ਕੋਲ ਬੈਠੀ ਤੇ ਮੇਰੇ ਨਾਲ ਗੱਲਾਂ ਕਰਦੀ ਰਹੀ। ਉਸ ਦੀਆਂ ਗੱਲਾਂ ਵਿੱਚ ਮੁਹੱਬਤ ਦੀ ਚਾਸ਼ਨੀ ਘੁਲੀ ਹੋਈ ਸੀ। ਉਸਨੇ ਮੇਰੇ ਨਾਲ ਕੋਈ ਵੀ ਅਜਿਹੀ ਗੱਲ ਨਹੀਂ ਕੀਤੀ ਜਿਸ ਨਾਲ ਮੈਨੂੰ ਐਵੇਂ ਲੱਗੇ ਕਿ ਉਹ ਮੇਰੇ ਤੋਂ ਨਫ਼ਰਤ ਕਰਦੀ ਹੈ ਤੇ ਨਾ ਹੀ ਕੋਈ ਦੁਸ਼ਮਣੀ ਦੀ ਗੱਲ ਕੀਤੀ, ਬਲਕਿ ਉਹ ਤਾਂ ਮੁਸਕਰਾ ਰਹੀ ਸੀ। ਉਸ ਦੀ ਮੁਹੱਬਤ ਭਰੀਆਂ ਗੱਲਾਂ ਨੇ ਮੈਨੂੰ ਕੁਝ ਹੌਸਲਾ ਦਿੱਤਾ। ਮੈਂ ਡਰਦੇ ਉਸ ਨੂੰ ਕਿਹਾ ਕਿ ਮੈਨੂੰ ਰਾਜਨ ਤੋਂ ਬਹੁਤ ਡਰ ਲੱਗ ਰਿਹਾ। ਪਤਾ ਨਹੀਂ ਉਹ ਮੇਰੇ ਨਾਲ ਕਿਵੇਂ ਦਾ ਸਲੂਕ ਕਰੇਗਾ। ਜਾਣੇ ਅਣਜਾਣੇ ਵਿੱਚ ਮੇਰੇ ਤੋਂ ਜੋ ਗਲਤੀ ਹੋਈ ਆ ਮੈਂ ਜਾਣਦੀ ਹਾਂ ਉਹ ਬਹੁਤ ਵੱਡੀ ਗਲਤੀ ਆ, ਪਰ ਗਰੀਬੀ ਨੇ ਮੈਨੂੰ ਇਸ ਗਲਤ ਕਦਮ ਚੁੱਕਣ ਲਈ ਮਜਬੂਰ ਕੀਤਾ ਸੀ। ਮੈਂ ਉਸ ਕੁੜੀ ਦੇ ਸਾਹਮਣੇ ਆਪਣੇ ਕਿਰਦਾਰ ਦੀ ਸਫਾਈ ਪੇਸ਼ ਕਰਨ ਲੱਗੀ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ, ਤੂੰ ਫਿਕਰ ਨਾ ਕਰ, ਰਾਜਨ ਬਹੁਤ ਚੰਗਾ ਆਦਮੀ ਆ, ਉਹ ਤੈਨੂੰ ਕੁਝ ਨਹੀਂ ਕਹੇਗਾ। ਤੇ ਫਿਰ ਉਹ ਉੱਠ ਕੇ ਕਮਰੇ ਤੋਂ ਬਾਹਰ ਚਲੀ ਗਈ ਤੇ ਕੁਝ ਹੀ ਦੇਰ ਬਾਅਦ ਵਾਪਸ ਆਈ ਤਾਂ ਉਸਦੇ ਹੱਥ ਵਿੱਚ ਦੁੱਧ ਦਾ ਗਲਾਸ ਮੌਜੂਦ ਸੀ। ਉਸਨੇ ਜ਼ਬਰਦਸਤੀ ਉਹ ਦੁੱਧ ਦਾ ਗਲਾਸ ਮੇਰੇ ਹੱਥ ਵਿੱਚ ਫੜਾ ਦਿੱਤਾ ਤੇ ਮੈਨੂੰ ਕਹਿਣ ਲੱਗੀ, ਇਹ ਦੁੱਧ ਪੀ ਲਾ ਤੇ ਤੂੰ ਦੇਖਣਾ ਰਾਜਨ ਤੇਰੇ ਉੱਤੇ ਬਿਲਕੁਲ ਵੀ ਗੁੱਸਾ ਨਹੀਂ ਕਰੇਗਾ। ਉਹ ਦੁੱਧ ਦਾ ਗਲਾਸ ਮੈਨੂੰ ਫੜਾ ਕੇ ਫਿਰ ਕਮਰੇ ਤੋਂ ਬਾਹਰ ਚਲੀ ਗਈ। ਮੈਨੂੰ ਵੀ ਭੁੱਖ ਲੱਗੀ ਸੀ ਕਿਉਂਕਿ ਸਾਰੇ ਡਰਾਮੇ ਦੀ ਵਜ੍ਹਾ ਨਾਲ ਮੈਂ ਦੁਪਹਿਰ ਦਾ ਖਾਣਾ ਵੀ ਭੁੱਲ ਗਈ ਸੀ। ਉਸ ਦੇ ਬਾਅਦ ਵਿਆਹ ਦਾ ਚੱਕਰ ਤੇ ਇਸ ਘਰ ਵਿੱਚ ਆਉਣ ਤੱਕ ਰਾਤ ਹੋ ਗਈ। ਇਸ ਲਈ ਮੈਂ ਵੀ ਉਸ ਦੁੱਧ ਦਾ ਗਲਾਸ ਪੂਰਾ ਖਤਮ ਕਰ ਦਿੱਤਾ ਤੇ ਕਮਰੇ ਵਿੱਚ
ਇੱਧਰ ਉੱਧਰ ਨਜ਼ਰ ਮਾਰਨ ਲੱਗੀ। ਕੁਝ ਹੀ ਦੇਰ ਗੁਜ਼ਰੀ ਸੀ ਕਿ ਕਮਰੇ ਦਾ ਦਰਵਾਜ਼ਾ ਦੁਬਾਰਾ ਖੁੱਲ੍ਹਿਆ। ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਉਹ ਦੁਲਹਾ ਬਣ ਕੇ ਕਮਰੇ ਦੇ ਅੰਦਰ ਆਈ ਸੀ। ਉਸਨੇ ਕਮਰੇ ਦੇ ਦਰਵਾਜ਼ੇ ਨੂੰ ਅੰਦਰ ਤੋਂ ਕੁੰਡੀ ਲਗਾ ਦਿੱਤੀ। ਉਸਦੀ ਇਸ ਹਰਕਤ ਉੱਤੇ ਮੈਂ ਬਹੁਤ ਜ਼ਿਆਦਾ ਘਬਰਾ ਗਈ ਸੀ। ਪਤਾ ਨਹੀਂ ਉਹ ਕਿਸੇ ਦੇ ਵਿਆਹ ਦੀ ਸ਼ੇਰਵਾਨੀ ਪਹਿਨ ਕੇ ਆਈ ਸੀ ਜੋ ਉਸਨੂੰ ਸਾਈਜ਼ ਵਿੱਚ ਬਹੁਤ ਵੱਡੀ ਆ ਰਹੀ ਸੀ ਤੇ ਸਿਰ ਉੱਤੇ ਉਸਨੇ ਇੱਕ ਵੱਡੀ ਸਾਰੀ ਪੱਗ ਬੰਨੀ ਹੋਈ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਹਜੇ ਪਹਿਲਾਂ ਤਾਂ ਮੇਰੀ ਸੌਕਣ ਬਿਲਕੁਲ ਠੀਕ ਸੀ ਤੇ ਮੇਰੇ ਨਾਲ ਗੱਲਾਂ ਕਰ ਰਹੀ ਸੀ। ਅਚਾਨਕ ਇਸ ਨੂੰ ਕੀ ਹੋ ਗਿਆ? ਕਿਉਂ ਇਹ ਮੁੰਡਿਆਂ ਦੇ ਕੱਪੜੇ ਪਾ ਕੇ ਮੇਰੇ ਨਾਲ ਕੋਲ ਆਈ ਆ? ਦਰਵਾਜ਼ੇ ਨੂੰ ਅੰਦਰ ਤੋਂ ਕੁੰਡੀ ਕਿਉਂ ਲਗਾਈ ਆ? ਉਹ ਹੌਲੀ ਹੌਲੀ ਮੇਰੇ ਬਿਸਤਰੇ ਉੱਤੇ ਆ ਕੇ ਬੈਠ ਗਈ ਤੇ ਆਪਣੇ ਹੱਥਾਂ ਵਿੱਚ ਫੜੀ ਇੱਕ ਛੋਟੀ ਜਿਹੀ ਮਖਮਲੀ ਡੱਬੀ ਖੋਲ੍ਹ ਕੇ ਮੇਰੇ ਸਾਹਮਣੇ ਰੱਖ ਦਿੱਤੀ ਜਿਸ ਵਿੱਚ ਖੂਬਸੂਰਤ ਸੋਨੇ ਦੀ ਚੇਨ ਚਮਕ ਰਹੀ ਸੀ। ਮੁਹੱਬਤ ਨਾਲ ਮੁਸਕਰਾਉਂਦੀ ਹੋਈ ਕਹਿਣ ਲੱਗੀ, ਇਹ ਤੇਰੀ ਮੂੰਹ ਦਿਖਾਈ। ਉਸ ਦੀ ਗੱਲ ਸੁਣ ਕੇ ਤਾਂ ਮੇਰੀ ਜਾਨ ਨਿਕਲ ਗਈ। ਮੈਂ ਉਸ ਦੀ ਪਤਨੀ ਕਿਵੇਂ ਬਣ ਸਕਦੀ ਸੀ? ਉਹ ਤਾਂ ਖੁਦ ਇੱਕ ਲੜਕੀ ਸੀ। ਪਤਾ ਨਹੀਂ ਕਿਉਂ ਬੇਕੀਆਂ ਗੱਲਾਂ ਕਰ ਰਹੀ ਸੀ। ਮੈਂ ਡਰ ਕੇ ਆਪਣੇ ਬਿਸਤਰੇ ਤੋਂ ਉੱਪਰ ਖੜੀ ਹੋ ਗਈ। ਮੈਂ ਉਸ ਨੂੰ ਕਿਹਾ ਕਿ ਲੱਗਦਾ ਤੇਰਾ ਦਿਮਾਗ ਖਰਾਬ ਹੋ ਗਿਆ, ਤੂੰ ਕਿਵੇਂ ਦੀਆਂ ਗੱਲਾਂ ਕਰ ਰਹੀ ਆ? ਉਸਨੇ ਮੇਰਾ ਹੱਥ ਫੜਿਆ ਤੇ ਮੈਨੂੰ ਜ਼ਬਰਦਸਤੀ ਦੁਬਾਰਾ ਬਿਸਤਰੇ ਉੱਤੇ ਬਿਠਾ ਦਿੱਤਾ ਤੇ ਕਹਿਣ ਲੱਗੀ, ਮੈਂ ਕਿਹਾ ਨਾ ਤੂੰ ਮੇਰੀ ਪਤਨੀ ਆ, ਹੁਣ ਤੂੰ ਇੱਥੇ ਕਿਤੇ ਨਹੀਂ ਜਾਵੇਂਗੀ। ਮੈਂ ਤੇਰਾ ਬਹੁਤ ਧਿਆਨ ਰੱਖਾਂਗੀ, ਤੈਨੂੰ ਬਹੁਤ ਪਿਆਰ ਕਰਾਂਗੀ, ਪਰ ਤੂੰ ਮੈਨੂੰ ਛੱਡ ਕੇ ਕਿਤੇ ਨਾ ਜਾਈਂ। ਮੈਂ ਹੱਕਾ ਬੱਕਾ ਹੋ ਕੇ ਉਸ ਦੀਆਂ ਗੱਲਾਂ ਸੁਣ ਰਹੀ ਸੀ। ਮੇਰਾ ਬੱਸ ਨਹੀਂ ਚੱਲ ਰਿਹਾ ਸੀ ਕਿ ਮੈਂ ਕਿਸ ਤਰ੍ਹਾਂ ਉਸ ਦੇ ਕਮਰੇ ਵਿੱਚੋਂ ਨਿਕਲ ਕੇ ਬਾਹਰ ਭੱਜਾਂ। ਪਰ ਉਹ ਕੁੜੀ ਦੁਬਲੀ ਪਤਲੀ ਹੋਣ ਦੇ ਬਾਵਜੂਦ ਵੀ ਮੇਰੇ ਉੱਤੇ ਆਪਣਾ ਜ਼ੋਰ ਦਿਖਾ ਰਹੀ ਸੀ। ਜਦੋਂ ਉਸਨੇ ਮੇਰੇ ਚਿਹਰੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਮੂੰਹ ਵਿੱਚੋਂ ਇੱਕ ਜ਼ੋਰਦਾਰ ਚੀਕ ਨਿਕਲੀ ਤੇ ਮੈਂ ਉਸ ਨੂੰ ਧੱਕਾ ਦੇ ਕੇ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ। ਜਿਵੇਂ ਜਿਵੇਂ ਮੈਂ ਉਸ ਤੋਂ ਛੁੱਟ ਕੇ ਦਰਵਾਜ਼ੇ ਦੇ ਕੋਲ ਪਹੁੰਚੀ ਤੇ ਕੁੰਡੀ ਖੋਲ੍ਹੀ ਤਾਂ ਦਰਵਾਜ਼ਾ ਖੋਲ੍ਹਦੇ ਹੀ ਮੈਨੂੰ ਮਕਾਨ ਮਾਲਕ ਰਾਜਨ ਦੀ ਸ਼ਕਲ ਨਜ਼ਰ ਆਈ। ਉਸ ਨੂੰ ਦੇਖਦੇ ਹੀ ਮੈਂ ਬਿਨਾਂ ਕੁਝ ਸੋਚੇ ਸਮਝੇ ਉਸ ਦੇ ਗਲ ਲੱਗ ਕੇ ਰੋਣ ਲੱਗੀ। ਸੱਚ ਤਾਂ ਇਹ ਸੀ ਕਿ ਮੈਂ ਆਪਣੀ ਸੌਕਣ ਦੀ ਇਸ ਹਰਕਤ ਉੱਤੇ ਬਹੁਤ ਜ਼ਿਆਦਾ ਡਰ ਗਈ ਸੀ। ਪਹਿਲਾਂ ਤਾਂ ਰਾਜਨ ਮੈਨੂੰ ਨਫ਼ਰਤ ਨਾਲ ਦੇਖਣ ਲੱਗੇ ਤੇ ਫਿਰ ਜਦੋਂ ਉਸ ਦੀ ਨਜ਼ਰ ਮੇਰੇ ਕਮਰੇ ਵਿੱਚ ਬਿਸਤਰੇ 'ਤੇ ਬੈਠੀ ਆਪਣੀ ਪਤਨੀ ਉੱਤੇ ਪਈ ਤਾਂ ਉਹ ਕਮਰੇ ਵਿੱਚ ਚਲੇ ਗਏ ਤੇ ਆਪਣੀ ਪਤਨੀ ਤੋਂ ਪੁੱਛਣ ਲੱਗੇ, ਮਹਿਕ ਤੂੰ ਇਹ ਕੀ ਕਰ ਰਹੀ ਆ? ਰਾਜਨ ਨੂੰ ਦੇਖ ਕੇ ਮੈਂ ਕਹਿਣ ਲੱਗੀ ਕਿ ਮੈਂ ਤਾਂ ਦੁਲਹਾ ਬਣੀ ਹੋਈ ਆ। ਇਹ ਗੁੱਡੀ ਮੇਰੀ ਦੁਲਹਣ, ਸਾਡਾ ਦੋਨਾਂ ਦਾ ਵਿਆਹ ਹੋਇਆ। ਮੈਂ ਇਸ ਨੂੰ ਮੂੰਹ ਦਿਖਾਈ ਦਾ ਤੋਹਫਾ ਵੀ ਦਿੱਤਾ, ਪੁੱਛੋ ਇਸ ਤੋਂ, ਪਰ ਇਹ ਚੰਗੀ ਦੁਲਹਣ ਨਹੀਂ, ਇਸ ਨੇ ਬਹੁਤ ਸ਼ੋਰ ਮਚਾਇਆ ਹੈ। ਰਾਜਨ ਨੇ ਇੱਕ ਗਹਿਰੀ ਨਜ਼ਰ ਮੇਰੇ ਉੱਤੇ ਪਾਈ ਤੇ ਮਹਿਕ ਨੂੰ ਆਪਣੇ ਗਲੇ ਨਾਲ ਲਗਾ ਲਿਆ ਤੇ ਕਹਿਣ ਲੱਗੇ, ਚਲੋ ਮਹਿਕ ਅਸੀਂ ਆਪਣੇ ਕਮਰੇ 'ਚ ਚੱਲਦੇ ਹਾਂ। ਮੈਂ ਫਟੀਆਂ ਅੱਖਾਂ ਨਾਲ ਇਹਨਾਂ ਦੋਨਾਂ ਪਤੀ ਪਤਨੀ ਨੂੰ ਦੇਖ ਰਹੀ ਸੀ। ਰਾਜਨ ਨੇ ਵੀ ਮਹਿਕ ਨੂੰ ਜ਼ਿਆਦਾ ਸਵਾਲ ਜਵਾਬ ਨਹੀਂ ਕੀਤੇ ਸੀ ਤੇ ਨਾ ਹੀ ਇਸ ਘਟੀਆ ਹਰਕਤ ਉੱਤੇ ਉਸ ਨੂੰ ਡਾਂਟਿਆ। ਉਹ ਮਹਿਕ ਨੂੰ ਆਪਣੇ ਕਮਰੇ ਵਿੱਚ ਲੈ ਕੇ ਚਲੇ ਗਏ ਤੇ ਮੈਂ ਕਮਰੇ ਵਿੱਚ ਇਕੱਲੀ ਬੈਠ ਗਈ। ਕਾਫੀ ਦੇਰ ਬਾਅਦ ਰਾਜਨ ਵਾਪਸ ਮੇਰੇ ਕਮਰੇ ਵਿੱਚ ਆਏ, ਮੇਰੇ ਕੋਲ ਆ ਕੇ ਤੇ ਮੇਰੇ ਸਾਹਮਣੇ ਬੈਠ ਗਏ। ਫਿਰ ਉਸਨੇ ਮੈਨੂੰ ਇੱਕ ਅਜਿਹਾ ਸੱਚ ਦੱਸਿਆ ਜਿਸ ਨੂੰ ਸੁਣ ਕੇ ਮੇਰੀ ਰੂਹ ਕੰਬ ਗਈ। ਰਾਜਨ ਕਹਿਣ ਲੱਗੇ, ਮੇਰਾ ਤੇ ਮਹਿਕ ਦਾ ਵਿਆਹ ਅੱਜ ਤੋਂ 5 ਸਾਲ ਪਹਿਲਾਂ ਹੋਇਆ ਸੀ। ਅਸੀਂ ਦੋਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਮਹਿਕ ਮੇਰੇ ਪਿਤਾ ਜੀ ਦੇ ਦੋਸਤ ਦੀ ਬੇਟੀ ਸੀ। ਇਸ ਵਿਆਹ ਤੋਂ ਅਸੀਂ ਦੋਨੋਂ ਬਹੁਤ ਜ਼ਿਆਦਾ ਖੁਸ਼ ਸੀ, ਪਰ ਕਿਸਮਤ ਨੂੰ ਸਾਡੀਆਂ ਖੁਸ਼ੀਆਂ ਮਨਜ਼ੂਰ ਨਹੀਂ ਸੀ। ਵਿਆਹ ਦੇ 4 ਮਹੀਨਿਆਂ ਬਾਅਦ ਹੀ ਮਹਿਕ ਪ੍ਰੈਗਨੈਂਟ ਹੋ ਗਈ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਸੀ। ਮਾਂ-ਬਾਪ ਬਣਨ ਵਾਲੇ ਸੀ। ਅਚਾਨਕ ਸਾਡਾ ਬੱਚਾ ਖਤਮ ਹੋ ਗਿਆ ਤੇ ਮਹਿਕ ਤੋਂ ਇਹ ਦੁੱਖ ਬਰਦਾਸ਼ਤ ਨਹੀਂ ਹੋਇਆ। ਮੈਂ ਬਹੁਤ ਹੀ ਮੁਸ਼ਕਲ ਨਾਲ ਉਸ ਨੂੰ ਸੰਭਾਲਿਆ ਤੇ ਸਮਝਾਇਆ ਕਿ ਔਲਾਦ ਤਾਂ ਰੱਬ ਦੀ ਦੇਣ ਹੁੰਦੀ ਆ, ਜੇ ਚਲੀ ਗਈ ਤਾਂ ਕੀ ਹੋਇਆ, ਉੱਪਰ ਵਾਲਾ ਸਾਨੂੰ ਦੁਬਾਰਾ ਔਲਾਦ ਦੀ ਖੁਸ਼ੀ ਨਸੀਬ ਕਰੇਗਾ। ਮੇਰੇ ਸਮਝਾਉਣ ਨਾਲ ਹੌਲੀ-ਹੌਲੀ ਮਹਿਕ ਵਾਪਸ ਜ਼ਿੰਦਗੀ ਦੀ ਤਰਫ ਆ ਰਹੀ ਸੀ। ਇਸ ਗੱਲ ਨੂੰ 7 ਮਹੀਨੇ ਹੀ ਹੋਏ ਸੀ ਕਿ ਮਹਿਕ ਫਿਰ ਤੋਂ ਦੁਬਾਰਾ ਪ੍ਰੈਗਨੈਂਟ ਹੋ ਗਈ। ਇਸ ਵਾਰ ਅਸੀਂ ਦੋਨਾਂ ਨੇ ਬਹੁਤ ਜ਼ਿਆਦਾ ਸਾਵਧਾਨੀ ਵਰਤੀ। ਮੈਂ ਮਹਿਕ ਨੂੰ ਆਪਣੇ ਸਿਰ ਅੱਖਾਂ ਉੱਤੇ ਬਿਠਾ ਕੇ ਰੱਖਿਆ, ਪਰ ਕਿਸਮਤ ਨੂੰ ਸ਼ਾਇਦ ਸਾਡਾ ਮਾਂ-ਬਾਪ ਬਣਨਾ ਮਨਜ਼ੂਰ ਨਹੀਂ ਸੀ। ਇਸ ਵਾਰ ਵੀ ਕੁਝ ਹੀ ਮਹੀਨਿਆਂ ਵਿੱਚ ਸਾਡਾ ਬੱਚਾ ਫਿਰ ਤੋਂ ਖਤਮ ਹੋ ਗਿਆ। ਮਹਿਕ ਪੂਰੀ ਤਰ੍ਹਾਂ ਟੁੱਟ ਗਈ। ਇਸ ਨਾਲ ਮਹਿਕ ਨੂੰ ਇਸ ਕਦਰ ਤੋੜ ਦਿੱਤਾ ਸੀ ਕਿ ਉਸ ਦੀ ਦਿਮਾਗੀ ਹਾਲਤ ਖਰਾਬ ਹੋ ਗਈ ਤੇ ਪੂਰੀ ਤਰ੍ਹਾਂ ਪਾਗਲ ਹੋ ਗਈ। ਪਰ ਕਦੇ ਛੋਟੇ ਬੱਚੇ ਦੀ ਤਰ੍ਹਾਂ ਖੇਲਣਾ ਕੁੱਦਣਾ ਸ਼ੁਰੂ ਕਰ ਦਿੰਦੀ ਆ, ਕਦੇ ਉਹ ਵਹੁਟੀ ਬਣ ਜਾਂਦੀ ਆ ਤੇ ਕਦੇ ਵਿਆਹ ਵਾਲਾ ਮੁੰਡਾ, ਤੇ ਕਦੇ ਤਾਂ ਪਾਗਲਾਂ ਦੀ ਤਰ੍ਹਾਂ ਚੀਖਲ ਚਲਾਉਣ ਲੱਗਦੀ ਆ। ਪਹਿਲਾਂ ਤਾਂ ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਮੇਰੇ ਕੋਲ ਆਪਣੀ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਸੀ, ਪਰ ਮਹਿਕ ਦੇ ਇਲਾਜ ਦੇ ਪਿੱਛੇ ਸਭ ਕੁਝ ਖਤਮ ਹੁੰਦਾ ਚਲਾ ਗਿਆ
ਤੇ ਮੇਰੇ ਕੋਲ ਕੁਝ ਵੀ ਨਹੀਂ ਬਚਿਆ। ਹੁਣ ਇਸ ਹਾਲਤ ਵਿੱਚ ਮਹਿਕ ਨੂੰ ਇਕੱਲਾ ਛੱਡਣਾ ਚਾਹੁੰਦਾ, ਇਸ ਲਈ ਮੈਂ ਆਪਣੇ ਕਾਰੋਬਾਰ ਤੋਂ ਆਪਣਾ ਧਿਆਨ ਹਟਾ ਲਿਆ ਤੇ ਆਪਣਾ ਸਾਰਾ ਧਿਆਨ ਹਰ ਵਕਤ ਮਹਿਕ ਨੂੰ ਦੇਣ ਲੱਗਾ ਤੇ ਫਿਰ ਸਭ ਕੁਝ ਬਰਬਾਦ ਹੁੰਦਾ ਚਲਿਆ ਗਿਆ। ਇੱਕ ਉਹੀ ਘਰ ਬਚ ਗਿਆ ਸੀ ਜਿਸ ਵਿੱਚ ਤੂੰ ਤੇ ਤੇਰੀ ਮਾਂ ਕਿਰਾਏ ਤੇ ਰਹਿੰਦੇ ਸੀ। ਮਜਬੂਰ ਹੋ ਕੇ ਮੈਨੂੰ ਕਿਰਾਏ ਦੇ ਲਈ ਤੁਹਾਨੂੰ ਲੋਕਾਂ ਨੂੰ ਮਜਬੂਰ ਕਰਨਾ ਪੈਂਦਾ ਸੀ, ਕਿਉਂਕਿ ਡਾਕਟਰ ਦੇ ਇਲਾਜ ਵਿੱਚ ਬਹੁਤ ਜ਼ਿਆਦਾ ਪੈਸੇ ਖਰਚ ਹੋ ਰਹੇ ਸੀ ਤੇ ਮੇਰੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਇਸ ਲਈ ਨਾ ਚਾਹੁੰਦੇ ਹੋਏ ਵੀ ਮੈਂ ਵਾਰ-ਵਾਰ ਤੁਹਾਡੇ ਦਰਵਾਜ਼ੇ ਤੇ ਆਉਂਦਾ ਸੀ। ਮੇਰੇ ਹਾਲਾਤਾਂ ਨੇ ਮੈਨੂੰ ਇੰਨਾ ਜ਼ਿਆਦਾ ਮਜਬੂਰ ਬਣਾ ਦਿੱਤਾ ਸੀ ਕਿ ਮੈਂ ਬਿਨਾਂ ਕੁਝ ਸੋਚੇ ਸਮਝੇ ਤੁਹਾਡੇ ਲੋਕਾਂ ਉੱਤੇ ਚੀਖਣਾ ਚਲਾਉਣਾ ਤੇ ਗੁੱਸਾ ਕਰਦਾ ਰਹਿੰਦਾ। ਮੈਂ ਜਾਣਦਾ ਸੀ ਕਿ ਇਹ ਸਭ ਕੁਝ ਗਲਤ ਹੈ, ਪਰ ਮੈਂ ਬਹੁਤ ਜ਼ਿਆਦਾ ਦਿਮਾਗੀ ਦਬਾਅ ਦਾ ਸ਼ਿਕਾਰ ਸੀ ਤੇ ਮੇਰੀ ਨਿਰਾਸ਼ਾ ਤੁਹਾਡੇ ਲੋਕਾਂ ਤੇ ਨਿਕਲ ਰਹੀ ਸੀ। ਆਪਣੀ ਜਾਨ ਤੋਂ ਜ਼ਿਆਦਾ ਪਤਨੀ ਪਿਆਰੀ ਦਾ ਪਾਗਲ ਹੋਣਾ, ਇੱਕ ਤੋਂ ਬਾਅਦ ਇੱਕ ਬੱਚਾ ਖੋ ਦੇਣਾ ਮੇਰੇ ਲਈ ਵੀ ਇੱਕ ਬਹੁਤ ਵੱਡਾ ਸਦਮਾ ਸੀ। ਫਰਕ ਸਿਰਫ ਇੰਨਾ ਸੀ ਕਿ ਮਹਿਕ ਆਪਣੇ ਆਪ ਨੂੰ ਨਹੀਂ ਸੰਭਾਲ ਸਕੀ ਤੇ ਉਹ ਦਿਮਾਗੀ ਬਿਮਾਰ ਹੋ ਗਈ, ਪਰ ਮੈਂ ਖੁਦ ਨੂੰ ਸੰਭਾਲ ਲਿਆ। ਮੈਂ ਦਿਨ ਰਾਤ ਮਹਿਕ ਦੇ ਇਲਾਜ ਲਈ ਪਰੇਸ਼ਾਨ ਰਹਿੰਦਾ ਸੀ। ਹੁਣ ਮੇਰਾ ਕਾਰੋਬਾਰ ਵੀ ਬਿਲਕੁਲ ਖਤਮ ਹੋ ਗਿਆ ਸੀ, ਸਭ ਕੁਝ ਬਿਖਰ ਗਿਆ ਸੀ। ਮੈਨੂੰ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਮੈਂ ਕੀ ਕਰਾਂਗਾ। ਅੱਜ ਮਹਿਕ ਨੂੰ ਡਾਕਟਰ ਦੇ ਕੋਲ ਲੈ ਕੇ ਜਾਣਾ ਸੀ ਤੇ ਮੇਰੇ ਕੋਲ ਪੈਸੇ ਨਹੀਂ ਸੀ, ਇਸ ਲਈ ਅੱਜ ਮੈਂ ਤੁਹਾਡੇ ਘਰ ਆਇਆ ਸੀ। ਸੋਚਿਆ ਸੀ ਕਿ ਤੁਹਾਡੇ ਤੋਂ ਕਿਰਾਏ ਦੇ ਪੈਸੇ ਲੈ ਕੇ ਮਹਿਕ ਦੇ ਡਾਕਟਰ ਨੂੰ ਕੋਲ ਲੈ ਜਾਵਾਂਗਾ, ਪਰ ਜੋ ਕੁਝ ਤੂੰ ਕੀਤਾ ਉਸ ਤੋਂ ਬਾਅਦ ਤਾਂ ਮੈਂ ਖੁਦ ਨਾਲ ਨਜ਼ਰ ਮਿਲਾਉਣ ਦੇ ਕਾਬਲ ਹੀ ਨਹੀਂ ਰਿਹਾ। ਮੈਂ ਤੈਨੂੰ ਇੱਥੇ ਛੱਡ ਕੇ ਆਪਣੇ ਇੱਕ ਦੋਸਤ ਦੇ ਕੋਲ ਗਿਆ ਸੀ। ਮੈਂ ਉਸ ਤੋਂ ਕੁਝ ਪੈਸੇ ਉਧਾਰ ਲਏ ਨੇ ਤਾਂ ਜੋ ਕੱਲ੍ਹ ਨੂੰ ਮੈਂ ਮਹਿਕ ਨੂੰ ਡਾਕਟਰ ਦੇ ਕੋਲ ਲੈ ਕੇ ਜਾ ਸਕਾਂ। ਮੈਂ ਆਪਣੀ ਪਤਨੀ ਨੂੰ ਬਹੁਤ ਮੁਹੱਬਤ ਕਰਦਾ ਹਾਂ ਤੇ ਮੈਂ ਉਸ ਨੂੰ ਇਸ ਹਾਲ ਵਿੱਚ ਨਹੀਂ ਦੇਖ ਸਕਦਾ। ਇਹ ਕਹਿ ਕੇ ਮੇਰੇ ਮਕਾਨ ਮਾਲਕ ਨੇ ਆਪਣੀਆਂ ਅੱਖਾਂ ਵਿੱਚੋਂ ਹੰਝੂ ਸਾਫ਼ ਕੀਤੇ ਤੇ ਕਹਿਣ ਲੱਗੇ, ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ। ਮੈਂ ਤਾਂ ਪਹਿਲਾਂ ਹੀ ਆਪਣੀਆਂ ਪਰੇਸ਼ਾਨੀਆਂ ਵਿੱਚ ਘਿਰਿਆ ਹੋਇਆ ਸੀ ਤੇ ਤੂੰ ਮੈਨੂੰ ਹੋਰ ਜ਼ਿਆਦਾ ਪਰੇਸ਼ਾਨ ਕਰ ਦਿੱਤਾ ਤੇ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ। ਮੈਂ ਜੋ ਗੁੱਸੇ ਵਿੱਚ ਆਪਣੇ ਮਕਾਨ ਮਾਲਕ ਨੂੰ ਸ਼ੈਤਾਨ ਕਹਿ ਰਹੀ ਸੀ, ਮੈਨੂੰ ਹੁਣ ਆਪਣੇ ਆਪ ਉੱਤੇ ਅਫਸੋਸ ਹੋਣ ਲੱਗਾ। ਮੈਂ ਬਿਨਾਂ ਸੋਚੇ ਸਮਝੇ ਇੱਕ ਸ਼ਰੀਫ ਆਦਮੀ ਦੇ ਨਾਲ ਕੀ ਕਰ ਦਿੱਤਾ ਸੀ। ਉਹਨਾਂ ਦੇ ਗੁੱਸੇ ਦੇ ਪਿੱਛੇ ਜੋ ਪਰੇਸ਼ਾਨੀ ਛੁਪੀ ਹੋਈ ਸੀ ਉਹ ਜਾਣ ਕੇ ਮੇਰੇ ਰੌਂਗਟੇ ਖੜੇ ਹੋ ਗਏ। ਉਹ ਵਿਚਾਰਾ ਤਾਂ ਆਪਣੀਆਂ ਹੀ ਮਜਬੂਰੀਆਂ ਨਾਲ ਲੜ ਰਿਹਾ ਸੀ ਤੇ ਮੈਂ ਉਸ ਨੂੰ ਗੁੱਸੇ ਵਾਲਾ ਤੇ ਜ਼ਾਲਮ ਸਮਝਦੀ ਰਹੀ। ਅੱਜ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਸੀ ਕਿ ਹਰ ਆਦਮੀ ਦੇ ਅੰਦਰ ਦੁੱਖ ਛੁਪੇ ਹੁੰਦੇ ਹਨ। ਅਸੀਂ ਇਨਸਾਨਾਂ ਨੂੰ ਉਹਨਾਂ ਦੇ ਰਵੱਈਏ ਤੋਂ ਜੱਜ ਕਰਦੇ ਹਾਂ, ਜਦਕਿ ਸੱਚ ਤਾਂ ਇਹ ਆ ਕਿ ਸਾਨੂੰ ਉਹਨਾਂ ਦੇ ਅੰਦਰ ਝਾਕਣਾ ਚਾਹੀਦਾ ਹੈ। ਰਾਜਨ ਦਾ ਸੱਚ ਜਾਣ ਕੇ ਮੈਂ ਉਹਨਾਂ ਦੇ ਪੈਰਾਂ ਵਿੱਚ ਬੈਠ ਗਈ ਤੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣ ਲੱਗੀ। ਰਾਜਨ ਨੇ ਇੱਕ ਨਜ਼ਰ ਮੈਨੂੰ ਦੇਖਿਆ ਤੇ ਫਿਰ ਮੈਨੂੰ ਮਾਫ਼ ਕਰ ਦਿੱਤਾ। ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਮੈਂ ਤੇ ਮੇਰੀ ਮਾਂ ਵੀ ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਸੀ। ਮੈਂ ਰਾਜਨ ਨਾਲ ਵਾਅਦਾ ਕੀਤਾ ਕਿ ਅੱਜ ਤੋਂ ਬਾਅਦ ਮੈਂ ਮਹਿਕ ਦਾ ਖਿਆਲ ਰੱਖਾਂਗੀ। ਉਸ ਨੂੰ ਡਾਕਟਰ ਦੇ ਕੋਲ ਲੈ ਕੇ ਜਾਣਾ ਹੋਵੇਗਾ ਤਾਂ ਮੈਂ ਖੁਦ ਲੈ ਜਾਵਾਂਗੀ। ਅੱਜ ਤੋਂ ਬਾਅਦ ਮਹਿਕ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਮੇਰੀ ਹੈ। ਤੁਸੀਂ ਆਪਣੇ ਕੰਮ ਉੱਤੇ ਤੇ ਆਪਣੇ ਕਾਰੋਬਾਰ ਤੇ ਧਿਆਨ ਦੇ ਸਕਦੇ ਹੋ। ਸ਼ਾਇਦ ਇਸ ਨਾਲ ਸਾਡੀ ਜ਼ਿੰਦਗੀ ਚੰਗੀ ਹੋ ਜਾਵੇਗੀ ਤੇ ਮੇਰੀ ਗਲਤੀ ਨੂੰ ਮਾਫ਼ ਕਰ ਦੇਵੋ। ਮੇਰੀਆਂ ਗੱਲਾਂ ਸੁਣ ਕੇ ਰਾਜਨ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਹਨਾਂ ਨੂੰ ਵੀ ਜ਼ਿੰਦਗੀ ਨੂੰ ਆਸਾਨ ਕਰਨ ਦਾ ਇੱਕ ਰਸਤਾ ਦਿਖਾਈ ਦੇਣ ਲੱਗਾ। ਅਗਲੇ ਹੀ ਦਿਨ ਮੈਂ ਮਹਿਕ ਦੀ ਸਾਰੀ ਜ਼ਿੰਮੇਵਾਰੀ ਚੁੱਕਣੀ ਸ਼ੁਰੂ ਕਰ ਦਿੱਤੀ। ਕਦੇ ਉਹ ਮੇਰੇ ਨਾਲ ਵਹੁਟੀ ਬਣ ਜਾਂਦੀ ਤੇ ਕਦੇ ਵਿਆਹ ਵਾਲਾ ਮੁੰਡਾ। ਕਦੇ ਮੇਰੇ ਹੱਥ ਫੜ ਕੇ ਬੱਚਿਆਂ ਦੀ ਤਰ੍ਹਾਂ ਗੋਲ-ਗੋਲ ਘੁੰਮਣ ਲੱਗਦੀ ਤਾਂ ਕਦੇ ਬਿਨਾਂ ਵਜ੍ਹਾ ਹੀ ਬੈਠੇ-ਬੈਠੇ ਨੱਚਣ ਲੱਗਦੀ। ਮੈਂ ਵੀ ਉਸ ਨੂੰ ਸਮੇਂ ਸਿਰ ਦਵਾਈ ਦਿੰਦੀ ਰਹੀ ਤੇ ਵਕਤ ਦੇ ਨਾਲ-ਨਾਲ ਉਹ ਵੀ ਪਹਿਲਾਂ ਤੋਂ ਬਿਹਤਰ ਹੁੰਦੀ ਜਾ ਰਹੀ ਸੀ। ਬਹੁਤ ਖੁਸ਼ ਸੀ ਕਿ ਜ਼ਿੰਦਗੀ ਹੌਲੀ-ਹੌਲੀ ਸਿੱਧੇ ਰਾਹ ਉੱਤੇ ਜਾ ਰਹੀ ਆ। ਰਾਜਨ ਨੇ ਮੇਰੇ ਨਾਲ ਕੋਈ ਵੀ ਜ਼ੁਲਮ ਜਾਂ ਜ਼ਬਰਦਸਤੀ ਨਹੀਂ ਕੀਤੀ, ਬਲਕਿ ਆਪਣੀ ਖੁਸ਼ੀ ਨਾਲ ਮੈਨੂੰ ਮੇਰਾ ਹੱਕ ਦੇ ਦਿੱਤਾ ਸੀ। ਹੁਣ ਮਹਿਕ ਦੀ ਹਾਲਤ ਵੀ ਬਹੁਤ ਬਿਹਤਰ ਹੋ ਚੁੱਕੀ ਸੀ। ਜਦੋਂ ਦਾ ਰਾਜਨ ਨੇ ਆਪਣੇ ਕਾਰੋਬਾਰ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਉਸ ਦਾ ਕਾਰੋਬਾਰ ਵੀ ਹੁਣ ਪਹਿਲਾਂ ਦੀ ਤਰ੍ਹਾਂ ਹਰਾ ਭਰਿਆ ਹੋ ਗਿਆ ਸੀ। ਹੁਣ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੀ। ਅਸੀਂ ਤਿੰਨੇ ਹੀ ਬਹੁਤ ਜ਼ਿਆਦਾ ਖੁਸ਼ ਸੀ। ਮੈਂ ਥੋੜ੍ਹੇ ਸਮੇਂ ਵਿੱਚ ਹੀ ਇਹ ਗੱਲ ਚੰਗੀ ਤਰ੍ਹਾਂ ਸਿੱਖ ਲਈ ਸੀ ਕਿ ਇਨਸਾਨ ਨੂੰ ਕਦੇ ਵੀ ਉਸ ਦੇ ਰਵੱਈਏ ਤੋਂ ਨਹੀਂ, ਬਲਕਿ ਉਸ ਨੂੰ ਅੰਦਰ ਤੋਂ ਪਰਖਣਾ ਚਾਹੀਦਾ। ਜਦੋਂ ਤੱਕ ਮੈਂ ਰਾਜਨ ਦੇ ਸੱਚ ਤੋਂ ਬੇਖਬਰ ਸੀ, ਮੇਰੀ ਨਜ਼ਰ ਵਿੱਚ ਉਹ ਬਹੁਤ ਗੁੱਸੇ ਵਾਲਾ ਤੇ ਬਹੁਤ ਬੁਰਾ ਆਦਮੀ ਸੀ। ਪਰ ਜਦੋਂ ਮੈਨੂੰ ਉਸ ਦੀ ਸੱਚਾਈ ਤੇ ਉਸ ਦਾ ਦੁੱਖ ਪਤਾ ਚੱਲਿਆ ਸੀ
ਤਾਂ ਮੈਂ ਕੰਬ ਉੱਠੀ ਸੀ। ਉਹ ਤਾਂ ਆਪਣੇ ਆਪ ਵਿੱਚ ਦੁੱਖਾਂ ਦਾ ਦਰਿਆ ਸਮਾਈ ਬੈਠਾ ਸੀ। ਤੁਸੀਂ ਲੋਕ ਵੀ ਮਹਿਕ ਦੇ ਲਈ ਦੁਆ ਕਰੋ ਕਿ ਜਲਦੀ ਠੀਕ ਹੋ ਜਾਵੇ ਤੇ ਫਿਰ ਤੋਂ ਉਸਦੀ ਝੋਲੀ ਔਲਾਦ ਨਾਲ ਭਰ ਜਾਵੇ। ਇੱਕ ਔਰਤ ਦੇ ਲਈ ਆਪਣੀ ਔਲਾਦ ਨੂੰ 2 ਵਾਰ ਖੋ ਦੇਣਾ ਬਹੁਤ ਵੱਡਾ ਸਦਮਾ ਹੁੰਦਾ ਹੈ ਤੇ ਫਿਰ ਮਹਿਕ ਇਸ ਸਦਮੇ ਨੂੰ ਆਪਣੀ ਜਾਨ ਉੱਤੇ ਖੇਡ ਰਹੀ ਸੀ। ਕੀ ਪਤਾ ਕਿਸੇ ਦੀਆਂ ਦੁਆਵਾਂ ਦੇ ਨਾਲ ਉਸ ਨੂੰ ਇੱਕ ਨਵੀਂ ਜ਼ਿੰਦਗੀ ਤੇ ਖੁਸ਼ੀਆਂ ਮਿਲ ਜਾਣ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਨਿੱਕੀ ਜਿਹੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।